सत श्री अकाल दोस्तों, मैं जीत हरजीत कुलवंत सिंह विरक दीआं संसार प्रसिद्ध कहानियां विचों कहानी शेरनियां लैके हाज़र हाँ। होर बच्चे ते सौ गए सन, पर सब तो छोटा अजे जागदा सी। दिने चोखा चिर सुत्ता रहा होण करके मेरी वहुटी उसदे नाल लम्मी पै के उसनूं सौण दा चारा कर रही सी। साडी सलाह सी कि सौण तो पहलां कुछ चिर सैर कर आवीए, पर काके दे सौण तक किस तरह जा सकते सां, नाल भी उसनूं चुकना औखा सी। इसलिए मैं पहलां इकल्ले ही जाण दा फैसला किया। मेरी वहुटी मगरों आके मेरे नाल रल सकदी सी। चंगा मैं चलना वा, मैं मंजी तो उठदे होए कहा। जदों सौ गया तू वड्डी पार्क विच आ जावीं, मैं उत्थे ही होवांगा। बस मैं हुणे इसनूं सुआ के आ जानी आ। गल्लां करदिआं कोल नहीं सौंदा, जरा क आप झूठी मुठी दियां अखां मिटीए तां झट सौ जांदा है। मेरी वहुटी ने मैनू ते अपने आप नूं तसल्ली दित्ती। मैं इकल्ला बाहर टुर पिया। मॉडल टाउन दी इस सड़क दे दोही पासी मकानां विच बत्तियां अजे जग रहीआं सन। लोकी सुत्ते ते नहीं सन, पर सौण वाले ही जापदे सन। मोड़ दे घर विच पतले परदे पिछे कोई कपड़े बदल रहा, इस तरह लग रहा सी जिवें परछाविआं दा नाटक कर रहा होवे। उस दे नाल दे घर विच भी एक जोड़ा अपने कमरे दियां मध्यम नीलियां बत्तियां हेठां सौण दियां तैयारियां कर रहा सी। मैनूं कुछ सवाल जिहा आ रहा सी, जिहड़ा इस ख्याल ते आउंदा है कि लोकी अंदर ही बड़े सौण दियां तैयारियां कर रहे हन ते तुसीं बाहर फिर रहे हो। तुसीं लोकां नूं वेख रहे हो, पर उन्हां नूं पता नहीं कि तुसीं उन्हां नूं वेख रहे हो। पार्क बहुत वड्डी सी। हेठां साफ पद्धरी जमीन ते घाह उगाया होया सी ते दुआले तार लगी हुई सी। लंघण आउण लई विच किते खप्पे छड्डे होए सन। एक पासे सड़क लंघणी सी, जिस ते जग रहीआं बत्तियां पार्क विच चानण सुटदियां सन। इस तरह पार्क विच इन्ना कुछ चानण सी जिन्ना को 8 दिनां दे चंन दा हुंदा है, पर ਇਹ ਚਾਨਣ ਇਕਸਾਰ ਨਹੀਂ ਸੀ। ਸੜਕ ਦੇ ਕੰਢੇ ਉਤਲੇ ਦਰਖਤਾਂ ਦੇ ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਸਨ ਤੇ ਕਈ ਥਾਵਾਂ ਤੇ ਹਨੇਰਾ ਕਰ ਰਹੇ ਸਨ। ਰਾਤ ਚਾਨਣੀ ਨਹੀਂ ਸੀ। ਹਨੇਰੀ ਰਾਤ ਨੇ ਜਿਹੜੀ ਤਾਰਿਆਂ ਦੀ ਮਤਰੇਈ ਮਾਂ ਦੱਸੀ ਜਾਂਦੀ ਹੈ, ਸਾਰੇ ਤਾਰਿਆਂ ਨੂੰ ਬਾਹਰ ਕੱਢਿਆ ਹੋਇਆ ਸੀ, ਭਾਵੇਂ ਕਿਸੇ ਨੂੰ ਨਜ਼ਰ ਹੀ ਲੱਗ ਜਾਵੇ। ਕੁਆਰਿਆਂ ਦਾ ਰਾਹ ਪਾਰਕ ਦੇ ਲੰਮੇ ਪਾਸੇ ਦੇ ਉੱਤੋਂ ਦੀ ਲੰਘਦਾ ਸੀ, ਪਰ ਦੁਆਲੇ ਦੀ ਤਾਰ ਵਿਚਲੇ ਰਾਹਾਂ ਦਾ ਮੈਨੂੰ ਪਤਾ ਸੀ। पर इस वेले राहे लंघण दी थां मेरा तार टप के जाण नूं जी कीता। हनेरा ते कवेला होण करके मन पुठे कम्मां वल जांदा सी। तार लंघ के एक सिरों मैं दूजे सिरे नूं टुर पिया। पार्क विच इस तरह वेले मेरे होर कोई नहीं सी। दूजे सिरे अपड़ के जद मैं पिछां नूं मुड़िया तां अगले सिरे कोल एक दरख्त दे परछावें हेठ कुछ आदमी आ खलोते जापदे सन। कुछ नेड़े आके मैनूं दिसिया ਉਹ ਦੋ ਸਨ ਤੇ ਉਹਨਾਂ ਕੋਲ ਸਾਈਕਲ ਵੀ ਸਨ। ਮੈਂ ਆਪਣੀ ਸਿੱਧੀ ਟੁਰੀ ਗਿਆ ਤੇ ਇਸ ਤਰ੍ਹਾਂ ਉਹਨਾਂ ਦੇ ਹੋਰ ਨੇੜੇ ਹੁੰਦਾ ਗਿਆ। ਇਹ ਤੇ ਕੁੜੀਆਂ ਸਨ, ਦੁਪੱਟੇ ਹੇਠਾਂ ਲਮਕ ਰਹੇ ਸਨ। ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਇੱਥੇ ਕੀ ਕਰ ਰਹੀਆਂ ਨੇ, ਕਿੱਧਰ ਜਾਣਾ ਹੋਣਾ। ਪਰ ਇਸ ਵੇਲੇ ਜਦ ਮਾਡਲ ਟਾਊਨ ਦੇ ਸ਼ੌਕੀਨ ਤੇ ਬਹੁਤੀ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਹਨ, ਇਹਨਾਂ ਦੇ ਕਿੱਥੇ ਜਾਣਾ? ਕੋਈ ਖਰਾਬ ਥਾਂ ਹੀ ਜਾਣਾ ਹੋਣਾ। ਇੱਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਕਿਸੇ ਨਾਲ ਕਿੱਧਰ ਜਾਣਗੀਆਂ। ਆਪਣਾ ਸਾਈਕਲ ਲੈ ਕੇ ਮੈਂ ਚੋਰੀ ਚੋਰੀ ਇਹਨਾਂ ਕੁੜੀਆਂ ਦੇ ਪਿੱਛੇ ਨਾ ਲੱਗ ਜਾਵਾਂ, ਹੇਠਲੀ ਦੁਨੀਆ ਦੀ ਕੋਈ ਝਾਕੀ ਵੇਖਣ ਨੂੰ ਮਿਲੇਗੀ। ਪਰ ਫਿਰ ਮੈਂ ਸੋਚਿਆ ਐਵੇਂ ਲੱਤਾਂ ਮਾਰਨ ਦਾ ਕੀ ਫਾਇਦਾ। ਇਹ ਜਾ ਕੇ ਕਿਸੇ ਦੇ ਘਰ ਜਾਂ ਹੋਟਲ ਵਿੱਚ ਵੜ ਜਾਣਗੀਆਂ ਤੇ ਮੈਂ ਬਾਹਰ ਖਲੋਤਾ ਰਹਿ ਜਾਵਾਂਗਾ। ਉਹ ਘਰ ਕਿਸੇ ਦਾ ਵੀ ਹੋ ਸਕਦਾ ਹੈ, ਮੈਂ ਕੀ ਕਰ ਸਕਦਾ ਹਾਂ। ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ। ਕੁੜੀਆਂ ਤੋਂ ਦੂਰ ਵਾਲੇ ਪਾਸੇ ਥੋੜੀ ਜਿਹੀ ਧੌਣ ਪੁਆ ਕੇ ਮੈਂ ਪਿਛਾਂ ਵੇਖਿਆ, ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਕੁਝ ਪੈਰ ਅੱਗੇ ਜਾ ਕੇ ਮੈਂ ਫਿਰ ਵੇਖਿਆ, ਕੁੜੀਆਂ ਅਜੇ ਵੀ ਉੱਥੇ ਹੀ ਖੜੀਆਂ ਸਨ। ਜਦੋਂ ਮੈਂ ਸਿਰ ਤੇ ਅੱਪੜ ਕੇ ਪਿਛਾਂ ਮੁੜਿਆ ਤਾਂ ਵੀ ਕੁੜੀਆਂ ਉੱਥੇ ਹੀ ਖੜੋਤੀਆਂ ਸਨ। ਵੇਖਣ ਨੂੰ ਤੇ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਾਂ। ਮੈਂ ਸੈਰ ਵਿੱਚ ਤੇ ਉਹ ਉਡੀਕ ਵਿੱਚ, ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਤੇ ਸ਼ਾਇਦ ਉਹ ਸੈਰ ਦੇ ਅੰਤ ਦੀ ਉਡੀਕ ਕਰ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ। ਹੁਣ ਮੈਂ ਦੂਜੀ ਵਾਰ ਉਹਨਾਂ ਵੱਲ ਨੂੰ ਟੁਰਿਆ ਆ ਰਿਹਾ ਸਾਂ। ਕੁਝ ਨੇੜੇ ਆ ਕੇ ਮੈਨੂੰ ਲੱਗਾ
ਉਹ ਗੱਲਾਂ ਕਰ ਰਹੀਆਂ ਨੇ। ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ। ਇਹਨਾਂ ਮੇਰੇ ਪੱਲੇ ਕੁਝ ਨਹੀਂ ਪਾਣਾ, ਭਾਵੇਂ ਮੈਂ ਕਿੰਨਾ ਚਿਰ ਇੱਥੇ ਫਿਰਦਾ ਰਵਾਂ। ਇਹ ਸੋਚ ਕੇ ਮੈਂ ਪਾਰਕ ਵਿੱਚੋਂ ਨਿਕਲ ਕੇ ਘਰ ਨੂੰ ਤੁਰ ਪਿਆ। ਥੋੜੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ ਤਾਂ ਅੱਗੋਂ ਮੇਰੀ ਵਹੁਟੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਲਾ ਦਿੱਤਾ ਸੌਂਦਿਆਂ, ਇਸ ਲਈ ਮੈਨੂੰ ਦੇਰ ਲੱਗ ਗਈ। ਆਓ ਇੱਕ ਚੱਕਰ ਹੋਰ ਲਾ ਆਵੀਏ ਪਾਰਕ ਦਾ, ਉਸ ਮੰਗ ਕੀਤੀ। ਅਸੀਂ ਫਿਰ ਪਿਛਾਂਹ ਨੂੰ ਟੁਰ ਪਏ। ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ 2 ਸਾਈਕਲਾਂ ਪਰਾਂ ਨੂੰ ਜਾ ਰਹੀਆਂ ਸਨ। ਉਡੀਕ ਕੇ ਉਹ ਕੁੜੀਆਂ ਆਪੇ ਹੀ ਟੁਰ ਚੱਲੀਆਂ ਨੇ। ਮੈਂ ਸੋਚਿਆ, ਅਜੇ ਅਸੀਂ ਬਾਹਰ ਸੜਕ ਤੇ ਹੀ ਸਾਂ ਕਿ ਉਹ ਸਾਈਕਲ ਪਿਛਾਂਹ ਨੂੰ ਘੁੰਮ ਪਏ। ਪਾਰਕ ਦੇ ਇਸ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਵਾਪਸ ਹੋ ਗਏ। ਇਹ ਕੁੜੀਆਂ ਦੇ ਖਬਰੇ ਸਾਈਕਲ ਦੀ ਜਾਂਚ ਸਿੱਖ ਰਹੀਆਂ ਸਨ। ਮੇਰੀ ਵਹੁਟੀ ਵੀ ਮੇਰੇ ਵਾਂਗ ਸਾਈਕਲ ਵੱਲ ਹੀ ਵੇਖ ਰਹੀ ਸੀ। ਕਹਿਣ ਲੱਗੀ, ਪਤਾ ਨਹੀਂ ਇਹ ਕਿਹੜੀਆਂ ਨੇ ਸਾਈਕਲ ਸਿੱਖਦੀਆਂ। ਮਾਡਲ ਟਾਊਨ ਦੀਆਂ ਢੇਰ ਕੁੜੀਆਂ ਨੂੰ ਉਹ ਜਾਣਦੀ ਸੀ। ਜਦੋਂ ਅਸੀਂ ਪਾਰਕ ਵਿੱਚ ਬੜੇ ਤਾਂ ਕੁੜੀਆਂ ਸਾਈਕਲ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰਖਤ ਦੀ ਛਾਵੇਂ ਖਲੋ ਗਈਆਂ। ਮੇਰੀ ਵਹੁਟੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ। ਅਸੀਂ ਟਹਿਲਦੇ ਉਹਨਾਂ ਦੇ ਨੇੜੇ ਹੁੰਦੇ ਗਏ। ਜਨਾਨੀ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ। ਨੀ ਉਤਰ ਕਿਉਂ ਗਈਆਂ? ਅਸੀਂ ਤੁਹਾਨੂੰ ਨਜ਼ਰ ਤਾਂ ਨਹੀਂ ਲਾ ਦਿੰਦੇ? ਉਸਨੇ ਉਹਨਾਂ ਨੂੰ ਪਛਾਣ ਕੇ ਕਿਹਾ। ਇਹ ਤੇ ਸਰੋਜ ਤੇ ਬੀਨਾ ਨੇ ਉਹਨਾਂ ਵੱਲ ਹੱਥ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ, ਚਲਾਓ ਜਰਾ ਅਸੀਂ ਵੀ ਵੇਖੀਏ। ਥੱਕ ਗਈਆਂ ਵਾਂ, ਜਰਾ ਸਾਹ ਲੈ ਕੇ ਚਲਾਵਾਂਗੀਆਂ। ਜਿਹੜੀ ਉਹਨਾਂ ਵਿੱਚੋਂ ਸਰੋਜ ਸੀ ਉਸਨੇ ਬਹਾਨਾ ਬਣਾਇਆ। ਇਹ ਆਪਣੇ ਆਪ ਨੂੰ ਮੇਰੀ ਵਹੁਟੀ ਦੇ ਬਹੁਤਾ ਨੇੜੇ ਸਮਝਦੀ ਸੀ। ਕਦੋਂ ਕੁ ਦੀਆਂ ਚਲਾਉਂਦੀਆਂ ਪਈਆਂ ਉਹ ਮੇਰੀ ਵਹੁਟੀ ਨੇ ਉਹਨਾਂ ਦੇ ਥੱਕ ਜਾਣ ਤੋਂ ਪੁੱਛਿਆ। ਨਹੀਂ ਭੈਣ ਜੀ, ਅਜੇ ਤਾਂ ਅਸਾਂ ਦੇ 2-3 ਚੱਕਰ ਹੀ ਲਾਏ ਨੇ। ਉਂਝ ਸਾਨੂੰ ਸੰਗ ਆਉਂਦੀ ਏ, ਵੀਨਾ ਨੇ ਕਿਹਾ। ਸ਼ਾਇਦ ਉਸਨੇ ਬੁੱਝ ਲਿਆ ਸੀ ਕਿ ਮੈਂ ਉੱਥੋਂ ਹੀ ਫਿਰਦਾ ਰਿਹਾ ਸਾਂ ਤੇ ਇਸ ਲਈ ਠੀਕ ਦੱਸ ਦਿੱਤਾ। ਸੰਗ ਕਰਕੇ ਹੀ ਇਸ ਵੇਲੇ ਆਉਂਦੀਆਂ। ਹੋਰ ਕੀ ਕਰੀਏ, ਪਾਰਕ ਵਿਹਲੀ ਇਸ ਵੇਲੇ ਹੁੰਦੀ ਏ। ਤਿੱਖੇ ਜਵਾਬ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ ਸੀ। ਤੇ ਇਹਨਾਂ ਤੁਹਾਨੂੰ ਕੀ ਚਾਅ ਚੜਿਆ ਏ ਸਾਈਕਲ ਦਾ? ਅੱਧੀ ਰਾਤ ਲੋਕ ਸਿੱਖਦੀਆਂ ਫਿਰਦੀਆਂ। ਨਹੀਂ, ਚਾਅ ਕਾਹਦਾ ਏ, ਬਸ ਲੋੜ ਏ। ਲੋੜ ਕੀ? ਹੁਣ ਸਾਈਕਲਾਂ ਤੇ ਪੜ੍ਹਾਉਣ ਜਾਇਆ ਕਰੋਗੀਆਂ? ਹਾਂ, ਵੇਖੋ ਨਾ ਭੈਣ ਜੀ, ਬੀਨਾ ਫਿਰ ਸਮਝਾਉਣ ਲੱਗੀ। ਪਹਿਲਾਂ ਘਰੋਂ ਟੁਰ ਕੇ ਅੱਡੇ ਤੇ ਜਾਓ, ਫਿਰ ਬੱਸ ਤੋਂ ਉਤਰ ਕੇ ਟੁਰ ਕੇ ਪਿੰਡ ਆਪੜੋ। ਸੜਕ ਤੋਂ ਮੀਲ ਦੂਰ ਪਿੰਡ ਨੇ ਜਿੱਥੇ ਅਸੀਂ ਪੜ੍ਹਾਉਂਦੀਆਂ ਵਾਂ। ਇਹਦਾ ਤੇ ਕੋਈ 2 ਪੈਰ ਘੱਟ ਹੋਵੇਗਾ, ਪਰ ਮੇਰਾ ਪੂਰਾ ਮੀਲ ਏ। ਸਾਰਾ ਪਿੰਡ ਉਜਾੜ ਬਿਆਬਾਨ। ਦੱਸੋ ਭੈਣ ਜੀ, ਭਲਾ ਸਾਡਾ ਉੱਥੇ ਕੌਣ ਏ? ਸੱਚੀ ਇੰਨਾ ਡਰ ਆਉਂਦਾ ਏ, ਪਤਾ ਨਹੀਂ ਪਿੰਡ ਆਪੜ ਕਿਵੇਂ ਜਾਨੀਆਂ ਵਾ। ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ। ਮੇਰੀ ਵਹੁਟੀ ਨੇ ਬਗਾਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਦੀਆਂ ਇਕੱਲੀਆਂ ਫਿਰਦੀਆਂ ਹੋਣ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ। ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮੱਕੀ, ਕਦੀ ਕਮਾਦ ਅਤੇ ਕਦੀ ਬਾਜਰਾ। ਜਿੰਨਾ ਚਿਰ ਪੈਲੀ ਮੁੱਕ ਨਾ ਜਾਏ ਉਤਲਾ ਸਾਹ ਉਤਾਂ ਤੇ ਹੇਠਾਂ ਹੀ ਹੋ ਰਹਿੰਦਾ ਏ। ਹੁਣ ਕੋਈ ਹੋਰ ਕੁੜੀਆਂ ਨੇ ਸਾਈਕਲ ਲਏ ਨੇ, ਆਂਦੀਆਂ ਨੇ ਸਾਈਕਲ ਤੇ ਡਰ ਘੱਟ ਆਉਂਦਾ ਏ, ਨਾਲ ਟੁਰਨ ਤੋਂ ਬਚ ਜਾਈਦਾ। ਬਸ ਸਾਈਕਲ ਚਲਾਉਂਦੇ ਬੰਦੇ ਕੋਲੋਂ ਝੱਟ ਦੀ ਲੰਘ ਜਾਓ। ਭਾਈ, ਬੜਾ ਔਖਾ ਕੰਮ ਏ ਸਾਈਕਲ ਨਾਲ ਵੀ। ਤੁਸੀਂ ਤੇ ਸ਼ੇਰਨੀ ਹੋ। ਖੌਰੇ ਕਿੱਡਾ ਕੁ ਦਿਲ ਏ ਤੁਹਾਡਾ। ਲਿਆਖਾਂ ਭਲਾ ਵੇਖਾਂ। ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸ ਦੀ ਬਹਾਦਰੀ ਦੀ ਸ਼ਲਾਘਾ ਵਿੱਚ ਆਪਣੀ ਜੱਫੀ ਵਿੱਚ ਘੁੱਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ। ਅਸੀਂ ਸਾਰੇ ਉੱਠ ਖਲੋਤੇ। ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਸੜਕ ਤੇ ਆਏ ਤਾਂ ਮੇਰੀ ਵਹੁਟੀ ਨੇ ਕਿਹਾ, ਇਹ ਦੋਵੇਂ ਮਾਸਟਰਨੀਆਂ ਨੇ। ਇੱਥੇ ਸ਼ਹਿਰ ਵਿੱਚ ਕਿਸੇ ਸਕੂਲ ਜਗ੍ਹਾ ਨਹੀਂ ਮਿਲੀ। ਪਿੰਡ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ। ਹੁਣ ਉੱਥੇ ਪੜ੍ਹਾਉਣ ਜਾਂਦੀਆਂ ਨੇ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਮੈਨੂੰ ਤੇ ਸ਼ਹਿਰ ਬਾਹਰ ਪੱਕੀ ਸੜਕ ਤੇ ਵੀ ਡਰ ਲੱਗੇ। ਉਸਨੇ ਫਿਰ ਸ਼ਲਾਘਾ ਕੀਤੀ। ਉਸ ਦੀ ਇਹ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ। ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ, ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸੇ ਤਰ੍ਹਾਂ ਦਰਖਤ ਦੇ ਲੁੱਕ ਕੇ ਖਲੋਤੀਆਂ ਸਨ। ਮੈਂ ਤੇ ਕੁਝ ਹੋਰ ਹੀ ਸਮਝਿਆ ਸੀ। ਚੰਗਾ ਹੋਇਆ ਅਸੀਂ ਫਿਰ ਆ ਗਏ, ਨਹੀਂ ਤੇ ਮੈਂ ਹਨੇਰੇ ਵਿੱਚ ਖਲੋਤੀਆਂ ਸਾਈਕਲ ਨੂੰ ਮਜ਼ੇਦਾਰ ਸ਼ਰਾਰਤ ਦਾ ਮੁੱਢ ਹੀ ਸਮਝਿਆ ਸੀ। ਕੰਮ ਕਰਨ ਵਾਲੀਆਂ ਕੁੜੀਆਂ ਤੇ ਬੜੀਆਂ ਤੌਹਮਤਾਂ ਲੱਗਦੀਆਂ ਨੇ। ਮੇਰੀ ਵਹੁਟੀ ਨੇ ਕੁਝ ਖਿਝ ਕੇ ਕਿਹਾ, ਹਰ ਇੱਕ ਨੂੰ ਭੁਲੇਖਾ ਪੈ ਜਾਂਦਾ ਏ। ਮੈਂ ਤੁਹਾਨੂੰ ਇੱਕ ਬੜੀ ਸਵਾਦਲੀ ਗੱਲ ਦੱਸਦੀ ਹਾਂ। ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਆਪਣੀ ਕੋਠੀ ਅੱਗੇ ਸਵੇਰੇ ਘੁਸਮੁਸੇ ਜਿਹੇ ਫਿਰ ਰਹੀਆਂ ਸਾਂ। ਸਾਹਮਣੇ ਕਾਲੀ ਟੁਰਦੀ ਇੱਕ ਕੁੜੀ ਆਈ। ਕਦੀ ਉਹ 2 ਪੈਰ ਭੱਜ ਵੀ ਲੈਂਦੀ ਤੇ ਕਦੀ ਕਾਲੀ ਟੁਰਨ ਲੱਗ ਜਾਂਦੀ। ਜਦੋਂ ਨੇੜੇ ਆਈ
ਤਾਂ ਉਹਦਾ ਮੂੰਹ ਦਿਸਿਆ ਤਾਂ ਘਬਰਾਈ ਹੋਈ ਵੀ ਡਾਢੀ ਜਾਪੀ। ਅਸੀਂ ਬੜੀਆਂ ਹੈਰਾਨ ਹੋਈਆਂ। ਸੈਰ ਕਰਨ ਵਾਲੀਆਂ ਤਾਂ ਇਸ ਤਰ੍ਹਾਂ ਦੀਆਂ ਨਹੀਂ ਭੱਜਦੀਆਂ, ਨਾ ਹੀ ਉਧਰ ਸਟੇਸ਼ਨ ਜਾਂ ਕੋਈ ਮੋਟਰ ਦਾ ਅੱਡਾ ਸੀ। ਅਸੀਂ ਸਮਝਿਆ ਕਿ ਇਹਨੂੰ ਰਾਤ ਕਿਧਰੇ ਸੁੱਤਿਆਂ ਦੇਰ ਹੋ ਗਈ ਤੇ ਹੁਣ ਭੱਜੀ ਜਾ ਰਹੀ ਹੈ ਕਿ ਘਰਦਿਆਂ ਦੇ ਜਾਗਣ ਤੋਂ ਪਹਿਲਾਂ ਘਰ ਜਾ ਵੜਾਂ। ਭਲਾ ਕਿੱਥੇ ਜਾਂਦੀ ਏ, ਇਹ ਜਾਣਨ ਲਈ ਅਸੀਂ ਵੀ ਉਹਦੇ ਪਿੱਛੇ ਟੁਰ ਪਈਆਂ। ਉਹ ਅੱਗੇ ਅੱਗੇ ਤੇ ਅਸੀਂ ਮਗਰ ਮਗਰ। ਉਹ ਟੈਲੀਫੋਨ ਐਕਸਚੇਂਜ ਨੂੰ ਮੁੜ ਗਈ। ਅਸੀਂ ਸਮਝ ਲਿਆ ਕਿ ਉਹ ਟੈਲੀਫੋਨ ਆਪਰੇਟਰ ਸੀ ਤੇ ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਗਈ ਸੀ। ਅਸੀਂ ਸੜਕ ਤੇ ਖੜੀਆਂ ਉਸ ਵੱਲ ਵੇਖਦੀਆਂ ਰਹੀਆਂ। ਅੰਦਰ ਜਾ ਕੇ ਉਹ ਆਪਣੀ ਕੁਰਸੀ ਤੇ ਬੈਠ ਗਈ ਤੇ ਅਸੀਂ ਸ਼ਰਮਿੰਦਗੀ ਹੁੰਦਿਆਂ ਪਿਛਾਂਹ ਮੁੜ ਪਾਈਆਂ। ਧੰਨਵਾਦ ਦੋਸਤੋ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।